वार्म ग्रीटिंग टू एवरीवन। मैं जतिंदर भट्ट, साइंस मास्टर, सरकारी सीनियर सैकेंडरी स्कूल मिर्जा जान, जिला गुरदासपुर तो अज विशा साइंस जमात 8वीं पाठ 11 बल अते दाब भाव फोर्स एंड प्रैशर विचों दाब भाव प्रैशर उत्ते चर्चा करन जा रहा हाँ। मेरी सारे विद्यार्थियों ਨੂੰ ਇਹ ਬੇਨਤੀ ਹੈ ਕਿ ਉਹ ਆਪਣੀਆਂ ਕਾਪੀਆਂ ਅਤੇ ਪੈਨ ਆਪਣੇ ਨਾਲ ਰੱਖਣ ਤਾਂ ਜੋ ਹਰ ਇੱਕ ਲੋੜੀਂਦੀ ਜਾਣਕਾਰੀ ਨੂੰ ਉਸ ਕਾਪੀ ਉੱਪਰ ਲਿਖਿਆ ਜਾ ਸਕੇ ਅਤੇ ਬਾਅਦ ਵਿੱਚ ਉਸ ਲਿਖਤ ਤੋਂ ਇਸ ਪਾਠ ਨੂੰ ਰਿਵਾਈਜ਼ ਕੀਤਾ ਜਾ ਸਕੇ। ਸੋ ਪਿਆਰੇ ਵਿਦਿਆਰਥੀਓ, ਆਓ ਸ਼ੁਰੂ ਕਰਦੇ ਹਾਂ। इस पाठ ਨੂੰ शुरू ਕਰਨ ਤੋਂ ਪਹਿਲਾਂ ਮੇਰੇ ਕੁਝ ਪ੍ਰਸ਼ਨ ਹਨ। ਆਓ ਜਾਣੀਏ। ਕੀ ਤੁਸੀਂ ਜਾਣਦੇ ਹੋ, ਡੂ ਯੂ ਨੋ, ਤੂਫਾਨ ਅਤੇ ਚੱਕਰਵਾਤ ਕਿਵੇਂ ਬਣਦੇ ਹਨ? ਕੀ ਹਾਊ ਡੂ ਦ ਸਟੋਰਮਸ ਐਂਡ ਸਾਈਕਲੋਨਸ ਆਰ ਫੋਰਮਡ? ਕਿੱਲ ਦਾ ਇੱਕ ਸਿਰਾ ਤਿੱਖਾ ਕਿਉਂ ਹੁੰਦਾ ਹੈ? ਵਾਈ ਡੂ ਦ ਵਨ ਐਂਡ ਆਫ ਨੇਲ ਇਜ਼ ਪੁਆਇੰਟਡ? ਚਾਕੂ ਤਿੱਖਾ ਕਿਉਂ ਕੀਤਾ ਜਾਂਦਾ ਹੈ? ਵਾਈ ਡੂ ਦ ਨਾਈਵਸ ਆਰ ਸ਼ਾਰਪਨ? ਸਕੂਲ ਬੈਗ ਦੀਆਂ ਤਣੀਆਂ ਚੌੜੀਆਂ ਕਿਉਂ ਹੁੰਦੀਆਂ ਹਨ? ਵਾਈ ਡੂ ਦ ਸਟ੍ਰੈਪਸ ਆਫ ਸਕੂਲ ਬੈਗ ਆਰ ਵਾਈਡਨ? ਇਹਨਾਂ ਸਾਰਿਆਂ ਪ੍ਰਸ਼ਨਾਂ ਦੇ ਵਿੱਚ ਇੱਕ ਚੀਜ਼ ਸਮਾਨ ਹੈ, ਉਹ ਇਹ ਕਿ ਜਿਸ ਉੱਪਰ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ। ਸੋ ਪਿਆਰੇ ਵਿਦਿਆਰਥੀਓ, ਆਓ ਸ਼ੁਰੂ ਕਰਦੇ ਹਾਂ ਅੱਜ ਦਾ ਪਾਠ। ਦਾਬ ਭਾਵ ਪ੍ਰੈਸ਼ਰ। ਕਿਸੇ ਤਰ੍ਹਾਂ ਦੀ ਇਕਾਈ ਖੇਤਰਫਲ ਉੱਤੇ ਲੱਗਣ ਵਾਲੇ ਬਲ ਨੂੰ ਦਾਬ ਕਹਿੰਦੇ ਹਨ। ਮੀਨਸ ਕਿ ਦ ਫੋਰਸ ਐਕਟਿੰਗ ਪਰ ਯੂਨਿਟ ਏਰੀਆ ਇਜ਼ ਨੋਨ ਐਜ਼ ਪ੍ਰੈਸ਼ਰ। ਪਿਆਰੇ ਵਿਦਿਆਰਥੀਓ, ਹੁਣ ਇਸ ਦਾ ਫਾਰਮੂਲਾ ਦੇਖਦੇ ਹਾਂ। ਦਾਬ ਬਰਾਬਰ ਬਲ ਬਟਾ ਖੇਤਰਫਲ ਜਿਸ ਉੱਪਰ ਇਹ ਬਲ ਲੱਗਦਾ ਹੈ। ਮੀਨਸ ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਓਵਰ ਏਰੀਆ ਔਨ ਵਿਚ ਇਜ਼ ਫੋਰਸ ਐਕਟਿੰਗ। ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਦਾਬ ਨੂੰ ਜਾਂ ਤਾਂ ਵਧਾਉਂਦੇ ਹਾਂ ਜਾਂ ਫਿਰ ਘਟਾਉਂਦੇ ਹਾਂ। ਹੁਣ ਇਸ ਨੂੰ ਵਧਾਇਆ ਜਾਂ ਘਟਾਇਆ ਕਿਵੇਂ ਜਾ ਸਕਦਾ ਹੈ, ਆਓ ਉਹਦੇ ਬਾਰੇ ਚਰਚਾ ਕਰੀਏ। ਸਾਨੂੰ ਪਤਾ ਹੈ ਕਿ ਇਸ ਫਾਰਮੂਲੇ ਤੋਂ ਇਹ ਚੀਜ਼ ਸਿੱਧ ਹੋ ਰਹੀ ਹੈ ਕਿ ਦਾਬ ਅਤੇ ਬਲ ਇੱਕ ਦੂਸਰੇ ਦੇ ਸਮਾਨ ਅਨੁਪਾਤਕ ਹਨ। ਸੋ ਜੇਕਰ ਅਸੀਂ ਬਲ ਨੂੰ ਵਧਾਉਂਦੇ ਹਾਂ ਤਾਂ ਦਾਬ ਵੱਧਦਾ ਹੈ, ਔਰ ਜੇਕਰ ਅਸੀਂ ਬਲ ਨੂੰ ਘਟਾਉਂਦੇ ਹਾਂ ਤਾਂ ਦਾਬ ਘਟਦਾ ਹੈ। ਸੋ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਬਲ ਔਰ ਦਾਬ ਦੋਨੋਂ ਇੱਕ ਦੂਸਰੇ ਦੇ ਨਾਲ ਨਾਲ ਚੱਲਦੇ ਹਨ। ਅਗਰ ਇੱਕ ਘਟੇਗਾ ਤਾਂ ਦੂਸਰਾ ਵੀ ਘਟੇਗਾ, ਔਰ ਅਗਰ ਇੱਕ ਵਧੇਗਾ ਤਾਂ ਦੂਸਰਾ ਵੀ ਵਧੇਗਾ। ਹੁਣ ਅਸੀਂ ਇਸ ਦੇ ਦੂਸਰੇ ਕੇਸ ਉੱਤੇ ਚਰਚਾ ਕਰਾਂਗੇ। ਫਾਰਮੂਲੇ ਤੋਂ ਇਹ ਪਤਾ ਚੱਲ ਰਿਹਾ ਹੈ ਕਿ ਦਾਬ ਖੇਤਰਫਲ ਜਿਸ ਉੱਪਰ ਬਲ ਲੱਗਦਾ ਹੈ ਉਸ ਦੇ ਉਲਟ ਅਨੁਪਾਤਕ ਹੈ। ਸੋ ਜੇਕਰ ਖੇਤਰਫਲ ਘਟਦਾ ਹੈ ਤਾਂ ਦਾਬ ਵੱਧਦਾ ਹੈ, ਔਰ ਜੇਕਰ ਅਸੀਂ ਖੇਤਰਫਲ ਨੂੰ ਵਧਾਉਂਦੇ ਹਾਂ ਤਾਂ ਦਾਬ ਘਟਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਦੋ ਕੇਸ ਹਨ ਜਿਸ ਨਾਲ ਅਸੀਂ ਦਾਬ ਨੂੰ ਵਧਾ ਜਾਂ ਘਟਾ ਸਕਦੇ ਹਾਂ। ਸੋ ਰੋਜ਼ਾਨਾ ਜ਼ਿੰਦਗੀ ਵਿੱਚ ਸਾਨੂੰ ਦਾਬ ਨੂੰ ਵਧਾਉਣ ਜਾਂ ਘਟਾਉਣ ਦੀ ਜ਼ਰੂਰਤ ਪੈਣ 'ਤੇ ਅਸੀਂ ਦੋਹਾਂ ਵਿੱਚੋਂ ਇੱਕ ਕੇਸ ਵਰਤਦੇ ਹਾਂ, ਜਿਸ ਵਿੱਚੋਂ ਦੂਸਰਾ ਕੇਸ ਅਸੀਂ ਜ਼ਿਆਦਾ ਵਰਤਦੇ ਹਾਂ, ਕਿਉਂਕਿ ਖੇਤਰਫਲ ਨੂੰ ਘਟਾਉਣਾ ਜ਼ਿਆਦਾ ਆਸਾਨ ਹੈ ਇਸ ਦੇ ਬਦਲੇ ਕਿ ਅਸੀਂ ਬਲ ਨੂੰ ਵਧਾਈਏ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਅੱਗੇ ਪੜ੍ਹਦੇ ਹਾਂ। ਦਰਵਾਂ ਦੁਆਰਾ ਲਗਾਇਆ ਗਿਆ ਦਾਬ ਭਾਵ ਪ੍ਰੈਸ਼ਰ ਐਗਜ਼ਰਟਿਡ ਬਾਏ ਲਿਕੁਇਡ। ਇਸ ਨੂੰ ਅਸੀਂ ਕਿਰਿਆਵਾਂ ਦੁਆਰਾ ਸਮਝਾਂਗੇ, ਭਾਵ ਐਕਟੀਵਿਟੀ ਦੁਆਰਾ।
ਜਿਸ ਵਿੱਚ ਕਿਰਿਆ ਪਹਿਲੀ ਭਾਵ ਐਕਟੀਵਿਟੀ 1, ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਕ ਪਾਰਦਰਸ਼ੀ ਕੱਚ ਦੀ ਨਾਲੀ ਜਾਂ ਪਲਾਸਟਿਕ ਦਾ ਪਾਈਪ ਲਿਆ ਹੈ, ਜਿਸ ਦੇ ਇੱਕ ਸਿਰੇ 'ਤੇ ਰਬੜ ਦੀ ਸ਼ੀਟ ਜਾਂ ਗੁਬਾਰੇ ਦੀ ਰਬੜ ਬੰਨੀ ਹੋਈ ਹੈ। ਫਿਰ ਅਸੀਂ ਇਸ ਕਾਲਮ ਨੂੰ ਸਿੱਧੇ ਰੁੱਖ ਫੜ ਲੈਂਦੇ ਹਾਂ ਅਤੇ ਇਸ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾਉਂਦੇ ਹਾਂ। ਜਿਵੇਂ ਜਿਵੇਂ ਅਸੀਂ ਇਸ ਵਿੱਚ ਪਾਣੀ ਪਾਉਂਦੇ ਹਾਂ, ਤਿਉਂ-ਤਿਉਂ ਗੁਬਾਰੇ ਦੀ ਰਬੜ ਜਾਂ ਰਬੜ ਦੀ ਸ਼ੀਟ ਦਾ ਆਕਾਰ ਬਾਹਰ ਨੂੰ ਉੱਭਰਦਾ ਹੈ, ਔਰ ਜਿਵੇਂ ਜਿਵੇਂ ਪਾਣੀ ਦਾ ਲੈਵਲ ਭਾਵ ਪਾਣੀ ਦਾ ਕਾਲਮ ਵੱਧਦਾ ਹੈ, ਤਿਉਂ-ਤਿਉਂ ਇਹ ਉਭਾਰ ਹੋਰ ਵੱਧਦਾ ਜਾਂਦਾ ਹੈ, ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਰਵ ਜਿਸ ਬਰਤਨ ਵਿੱਚ ਰੱਖਿਆ ਜਾਂਦਾ ਹੈ ਉਸ ਦੇ ਤਲੇ 'ਤੇ ਦਾਬ ਪਾਉਂਦਾ ਹੈ। ਸੋ ਇਸ ਕਿਰਿਆ ਤੋਂ ਇਹ ਪੂਰਨ ਤੌਰ 'ਤੇ ਸਪਸ਼ਟ ਹੁੰਦਾ ਹੈ ਕਿ ਕਿਸੇ ਬਰਤਨ ਦੇ ਤਲੇ 'ਤੇ ਪਾਣੀ ਦੁਆਰਾ ਲਾਇਆ ਜਾਣ ਵਾਲਾ ਦਾਬ ਪਾਣੀ ਦੇ ਕਾਲਮ ਦੀ ਉਚਾਈ ਉੱਤੇ ਨਿਰਭਰ ਕਰਦਾ ਹੈ। ਕਿ ਕਿਸੇ ਬਰਤਨ ਦੇ ਤਲ 'ਤੇ ਕਿੰਨਾ ਦਾਬ ਲੱਗ ਰਿਹਾ ਹੈ, ਉਹ ਕਿਸ 'ਤੇ ਨਿਰਭਰ ਕਰਦਾ ਹੈ ਕਿ ਉਸ ਬਰਤਨ ਵਿੱਚ ਕਿੰਨੀ ਮਾਤਰਾ ਦੇ ਵਿੱਚ ਪਾਣੀ ਹੈ ਜਾਂ ਉਸ ਪਾਣੀ ਦੀ ਉਚਾਈ ਕਿੰਨੀ ਹੈ। ਇਸ ਦੇ ਲਈ ਤੁਹਾਨੂੰ ਇੱਕ ਉਦਾਹਰਨ ਦੇ ਸਕਦਾ ਹਾਂ ਮੈਂ, ਕਿ ਇੱਕ ਉਦਾਹਰਨ ਇਹ ਹੈ ਕਿ ਹੁਣ ਤੱਕ ਕੋਈ ਵੀ ਇਨਸਾਨ ਸਮੁੰਦਰ ਦੇ ਸਭ ਤੋਂ ਡੂੰਘੇ ਤਲ ਤੱਕ ਨਹੀਂ ਪਹੁੰਚ ਸਕਿਆ ਹੈ। ਉਸ ਦਾ ਕਾਰਨ ਕੀ ਹੈ ਕਿ ਦਰਵ ਤਲ ਦੇ ਉੱਤੇ ਕੀ ਲਗਾਉਂਦਾ ਹੈ, ਦਾਬ ਲਾਉਂਦਾ ਹੈ। ਸੋ ਜਿੰਨਾ ਜ਼ਿਆਦਾ ਪਾਣੀ ਹੋਏਗਾ ਓਨਾ ਹੀ ਜ਼ਿਆਦਾ ਦਾਬ ਹੋਏਗਾ। ਸੋ ਸਮੁੰਦਰ ਦੀ ਹੁਣ ਤੱਕ ਸਭ ਤੋਂ ਜੋ ਡੂੰਘਾਈ ਹੈ ਬਹੁਤ ਜ਼ਿਆਦਾ ਹੈ, ਜਿਸ ਦਾ ਭਾਵ ਕਿ ਉੱਥੇ ਦਾਬ ਵੀ ਬਹੁਤ ਜ਼ਿਆਦਾ ਲੱਗ ਰਿਹਾ ਹੈ, ਔਰ ਮਨੁੱਖੀ ਸਰੀਰ ਇੰਨੇ ਜ਼ਿਆਦਾ ਦਾਬ ਨੂੰ ਚੱਲ ਨਹੀਂ ਸਕਦਾ, ਜਿਸ ਕਰਕੇ ਉਹ ਹੁਣ ਤੱਕ ਸਮੁੰਦਰ ਦੀ ਸਭ ਤੋਂ ਡੂੰਘੀ ਜਗ੍ਹਾ ਤੱਕ ਨਹੀਂ ਪਹੁੰਚ ਪਾਇਆ ਹੈ। ਪਰ ਉੱਥੇ ਸਮੁੰਦਰੀ ਜੀਵ ਜ਼ਰੂਰ ਰਹਿੰਦੇ ਹਨ, ਔਰ ਉਹ ਇਸ ਕਰਕੇ ਰਹਿ ਸਕਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਢਾਲ ਲਿਆ ਹੈ ਕਿ ਉਹ ਪਾਣੀ ਦੇ ਵਿੱਚ ਵੱਧ ਤੋਂ ਵੱਧ ਦਬਾਅ ਵੀ ਸਹਿਣ ਕਰ ਸਕਦੇ ਹਨ। ਸੋ ਪਿਆਰੇ ਵਿਦਿਆਰਥੀਓ, ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਦਰਵ ਜੋ ਹੈ ਕਿੰਨਾ ਦਬਾਅ ਲਗਾਉਂਦਾ ਹੈ ਅਗਰ ਉਸ ਦੀ ਉਚਾਈ ਕਿੰਨੀ ਜ਼ਿਆਦਾ ਹੋ ਜਾਵੇ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਅੱਗੇ ਵਧਦੇ ਹਾਂ। ਦਰਵ ਦੁਆਰਾ ਲਗਾਇਆ ਗਿਆ ਦਾਬ ਕਿਰਿਆ 2 ਐਕਟੀਵਿਟੀ 2, ਜਿਸ ਵਿੱਚ ਹੁਣ ਅਸੀਂ ਇਹ ਸਮਝਾਂਗੇ ਕਿ ਕੀ ਦਰਵ ਜਿਸ ਬਰਤਨ ਵਿੱਚ ਰੱਖਿਆ ਜਾਂਦਾ ਹੈ ਉਸ ਦੀਆਂ ਦੀਵਾਰਾਂ ਉੱਪਰ ਵੀ ਦਾਬ ਲਾਉਂਦਾ ਹੈ ਜਾਂ ਫਿਰ ਨਹੀਂ। ਇਸ ਨੂੰ ਸਮਝਣ ਦੇ ਲਈ ਅਸੀਂ ਇੱਕ ਬੋਤਲ ਲੈ ਲਈ ਹੈ ਜੋ ਕਿ ਪਲਾਸਟਿਕ ਦੀ ਹੈ, ਅਤੇ ਇਸ ਦੇ ਤਲੇ ਤੋਂ ਥੋੜ੍ਹਾ ਉੱਪਰ ਕਰਕੇ ਕੱਚ ਦੀ ਬੇਲਣਾਕਾਰ ਨਾਲੀ ਜੋੜ ਲਈ ਹੈ, ਅਤੇ ਉਸ ਦੇ ਸਿਰੇ 'ਤੇ ਗੁਬਾਰੇ ਦੀ ਸ਼ੀਟ ਜਾਂ ਗੁਬਾਰੇ ਦੀ ਰਬੜ ਬੰਨ੍ਹ ਲਈ ਹੈ, ਔਰ ਫਿਰ ਅਸੀਂ ਇਸ ਵਿੱਚ ਹੌਲੀ ਹੌਲੀ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਔਰ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਇਸ ਬੋਤਲ ਵਿੱਚ ਪਾਣੀ ਪਾਉਂਦੇ ਹਾਂ, ਤਿਉਂ-ਤਿਉਂ ਇਸ ਗੁਬਾਰੇ ਦਾ ਆਕਾਰ ਵੱਧਦਾ ਜਾਂਦਾ ਹੈ। ਔਰ ਇਸ ਗੁਬਾਰੇ ਦਾ ਆਕਾਰ ਕਿਉਂ ਵੱਧਦਾ ਜਾਂਦਾ ਹੈ? ਕਿਉਂਕਿ ਜੋ ਦਰਵ ਹੈ ਉਹ ਬਰਤਨ ਦੀਆਂ ਦੀਵਾਰਾਂ ਉੱਤੇ ਵੀ ਦਾਬ ਲਗਾਉਂਦਾ ਹੈ। ਸੋ ਇਸ ਕਿਰਿਆ ਤੋਂ ਭਾਵ ਐਕਟੀਵਿਟੀ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਰਵ ਬਰਤਨ ਦੀਆਂ ਦੀਵਾਰਾਂ ਉੱਤੇ ਦਾਬ ਪਾਉਂਦਾ ਹੈ, ਔਰ ਇਹ ਦਾਬ ਦਰਵ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਅੱਗੇ ਵਧਦੇ ਹਾਂ। ਕਿਰਿਆ 3 ਭਾਵ ਐਕਟੀਵਿਟੀ 3। ਹੁਣ ਇਸ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦਰਵ ਕਿੰਨਾ ਦਬਾਅ ਪਾਉਂਦਾ ਹੈ ਔਰ ਕੀ ਇਸ ਦਾ ਕੋਈ ਡੂੰਘਾਈ ਦੇ ਨਾਲ ਸੰਬੰਧ ਹੈ ਜਾਂ ਨਹੀਂ। ਇਸ ਨੂੰ ਸਮਝਣ ਦੇ ਲਈ ਇਹੀ ਪਿਛਲੀ ਕਿਰਿਆ ਵਾਂਗ ਜਾਂ ਐਕਟੀਵਿਟੀ ਵਾਂਗ ਇੱਕ ਪਲਾਸਟਿਕ ਦੀ ਬੋਤਲ ਲੈ ਲੈਂਦੇ ਹਾਂ, ਔਰ ਜਿਸ ਦੇ ਤਲ ਤੋਂ ਥੋੜ੍ਹਾ ਜਿਹਾ
ਉੱਪਰ ਕਰਕੇ ਅਸੀਂ 4 ਸੁਰਾਖ ਕਰ ਦਿੰਦੇ ਹਾਂ। ਔਰ ਅਸੀਂ ਸੁਰਾਖ ਕਰਨ ਲੱਗੇ ਇਹ ਧਿਆਨ ਰੱਖਣਾ ਹੈ ਕਿ ਚਾਰੇ ਸੁਰਾਖ 4 ਪਾਸਿਆਂ 'ਤੇ ਹੋਣਗੇ ਅਤੇ ਉਹ ਇੱਕ ਤਿੱਖੀ ਚੀਜ਼ ਦੇ ਨਾਲ ਸਮਾਨ ਰੂਪ ਦੇ ਵਿੱਚ ਬਣਾਏ ਜਾਣਗੇ। ਫਿਰ ਇਸ ਬੋਤਲ ਨੂੰ ਅਸੀਂ ਪਾਣੀ ਨਾਲ ਭਰ ਦਿੰਦੇ ਹਾਂ। ਪਾਣੀ ਨਾਲ ਭਰਨ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ 4 ਸੁਰਾਖਾਂ ਤੋਂ ਪਾਣੀ ਦੀ ਧਾਰ ਬਰਾਬਰ ਹੈ ਅਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਮਾਨ ਡੂੰਘਾਈ 'ਤੇ ਚਾਰੋਂ ਪਾਸਿਆਂ 'ਤੇ ਦਰਵ ਸਮਾਨ ਹੀ ਦਾਬ ਲਗਾਉਂਦਾ ਹੈ। ਜਿਸ ਦਾ ਭਾਵ ਕਿ ਅਗਰ ਅਸੀਂ ਕਿਸੇ ਪਾਣੀ ਦੀ ਸਰੋਤ ਦੇ ਅੰਦਰ ਹਾਂ, ਚਾਹ ਭਾਵ ਨਹਿਰ ਦੇ ਵਿੱਚ ਜਾਂ ਸਮੁੰਦਰ ਦੇ ਅੰਦਰ, ਔਰ ਅਸੀਂ ਅਗਰ ਕਿਸੇ ਖਾਸ ਡੂੰਘਾਈ 'ਤੇ ਹਾਂ ਅਤੇ ਉਸ ਡੂੰਘਾਈ 'ਤੇ ਚਾਹੇ ਅਸੀਂ ਅੱਗੇ ਵੱਧ ਜਾਈਏ ਜਾਂ ਪਿੱਛੇ ਚਲੇ ਜਾਈਏ, ਚਾਹੇ ਸੱਜੇ ਹੋ ਜਾਈਏ ਚਾਹੇ ਖੱਬੇ ਹੋ ਜਾਈਏ, ਪਰ ਉਸ ਡੂੰਘਾਈ 'ਤੇ ਜੋ ਦਾਬ ਹੈ ਪਾਣੀ ਦਾ ਉਹ ਕੀ ਰਹੇਗਾ? ਸਮਾਨ ਰਹੇਗਾ, ਬਰਾਬਰ ਰਹੇਗਾ। ਜੇ ਅਸੀਂ ਹੋਰ ਡੂੰਘੇ ਜਾਵਾਂਗੇ ਜਾਂ ਉੱਪਰ ਆਵਾਂਗੇ ਤਾਂ ਦਾਬ ਘਟੇਗਾ ਔਰ ਵਧੇਗਾ। ਸੋ ਇਸ ਕਿਰਿਆ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਰਵ ਬਰਤਨ ਦੀਆਂ ਦੀਵਾਰਾਂ ਉੱਤੇ ਸਮਾਨ ਡੂੰਘਾਈ 'ਤੇ ਸਮਾਨ ਦਾਬ ਪਾਉਂਦੇ ਹਨ। ਸੋ ਮੇਰੇ ਪਿਆਰੇ ਵਿਦਿਆਰਥੀਓ, ਅਸੀਂ ਇਹ ਸਮਝਿਆ ਹੈ ਕਿ ਦਰਵ ਕਿਵੇਂ ਦਾਬ ਪਾਉਂਦੇ ਹਨ। ਅਗਰ ਦਾਬ ਪਾਉਂਦੇ ਹਨ ਤਾਂ ਉਹਨਾਂ ਦਾ ਡੂੰਘਾਈ ਦੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਅਗਰ ਡੂੰਘਾਈ ਦੇ ਨਾਲ ਸੰਬੰਧ ਹੈ ਤਾਂ ਕੀ ਉਹ ਦਾਬ ਮਾਤਰਾ 'ਤੇ ਵੀ ਡਿਪੈਂਡ ਕਰਦਾ ਹੈ, ਕਿ ਮਾਤਰਾ 'ਤੇ ਵੀ ਨਿਰਭਰ ਕਰਦਾ ਹੈ ਕਿ ਉਹ ਜੋ ਦਰਵ ਹੈ ਕਿੰਨੀ ਮਾਤਰਾ ਦੇ ਵਿੱਚ ਹੈ? ਬਿਲਕੁਲ। ਸੋ ਮੇਰੇ ਪਿਆਰੇ ਵਿਦਿਆਰਥੀਓ, ਅਸੀਂ ਇਹ ਸਮਝਿਆ ਹੈ ਕਿ ਦਰਵ ਦੀ ਮਾਤਰਾ ਔਰ ਦਰਵ ਦੀ ਡੂੰਘਾਈ ਇਹ ਦੋਵੇਂ ਜਿਹੜੇ ਨੇ ਮਦਦ ਕਰਦੇ ਨੇ ਇਹ ਸਿੱਧ ਕਰਨ ਦੇ ਲਈ ਕਿ ਦਰਵ ਜੋ ਹੈ ਉਹ ਦਾਬ ਪਾਉਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਅੱਗੇ ਵਧਦੇ ਹਾਂ। ਗੈਸਾਂ ਦੁਆਰਾ ਲਾਇਆ ਗਿਆ ਦਾਬ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੈਸਾਂ ਵੀ ਦਰਵ ਵਾਂਗ ਹੀ ਪੇਸ਼ ਆਉਂਦੀਆਂ ਹਨ ਜਾਂ ਫਿਰ ਉਹਦੇ ਨਾਲੋਂ ਕੁਝ ਅਲੱਗ ਤਰੀਕੇ ਨਾਲ। ਇਸ ਨੂੰ ਸਮਝਣ ਦੇ ਲਈ ਅਸੀਂ ਕਿਰਿਆ ਭਾਵ ਐਕਟੀਵਿਟੀ ਸਮਝਾਂਗੇ। ਇਸ ਐਕਟੀਵਿਟੀ ਨੂੰ ਕਰਨ ਦੇ ਲਈ ਅਸੀਂ ਇੱਕ ਗੁਬਾਰਾ ਲੈ ਲੈਂਦੇ ਹਾਂ ਔਰ ਗੁਬਾਰੇ ਦੇ ਵਿੱਚ ਹਵਾ ਭਰਦੇ ਹਾਂ। ਜਦੋਂ ਤੁਸੀਂ ਹਵਾ ਭਰਦੇ ਹੋ ਔਰ ਤੁਸੀਂ ਇਹ ਦੇਖਦੇ ਹੋ ਕਿ ਜਦੋਂ ਅਸੀਂ ਗੁਬਾਰੇ ਦੇ ਵਿੱਚ ਹਵਾ ਭਰਦੇ ਹਾਂ ਅਤੇ ਗੁਬਾਰਾ ਸਮਾਨ ਰੂਪ ਦੇ ਵਿੱਚ ਆਕਾਰ ਦੇ ਨਾਲ ਵੱਧ ਰਿਹਾ ਹੁੰਦਾ ਹੈ। ਇਹ ਨਹੀਂ ਹੁੰਦਾ ਕਿ ਗੁਬਾਰਾ ਜਿਸ ਜਗ੍ਹਾ 'ਤੇ ਤੁਸੀਂ ਹਵਾ ਭਰ ਰਹੇ ਹੋ ਉਹ ਫੁੱਲੀ ਜਾ ਰਹੀ ਹੈ, ਅਗਲੇ ਹਿੱਸੇ ਦੇ ਵਿੱਚ ਹਵਾ ਨਹੀਂ ਹੁੰਦੀ, ਜਾਂ ਸੱਜੇ ਪਾਸਿਓਂ ਆਕਾਰ ਵੱਧ ਰਿਹਾ ਹੈ ਜਾਂ ਖੱਬੇ ਪਾਸਿਓਂ ਨਹੀਂ। ਜਦੋਂ ਅਸੀਂ ਗੁਬਾਰੇ ਦੇ ਵਿੱਚ ਹਵਾ ਭਰਦੇ ਹਾਂ ਅਤੇ ਗੁਬਾਰਾ ਸਮਾਨ ਰੂਪ ਦੇ ਵਿੱਚ ਆਕਾਰ ਜੋ ਹੈ ਵੱਧਦਾ ਹੈ। ਸੋ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਅਸੀਂ ਹਵਾ ਭਰਦੇ ਹਾਂ ਅਤੇ ਹਵਾ ਦੇ ਕਣ ਗੁਬਾਰੇ ਦੇ ਅੰਦਰ ਸਾਰੇ ਪਾਸੇ ਬਰਾਬਰ ਦਾਬ ਲਗਾਉਂਦੇ ਹਨ, ਜਿਸ ਕਰਕੇ ਉਸ ਦਾ ਆਕਾਰ ਬਣਦਾ ਹੈ। ਔਰ ਅਗਰ ਅਸੀਂ ਇੱਕ ਗੁਬਾਰੇ ਨੂੰ ਫੈਲਾਇਆ ਹੈ ਜਿਸ ਵਿੱਚ ਹਵਾ ਭਰੀ ਹੈ ਔਰ ਉਸ ਵਿੱਚ ਅਗਰ ਅਸੀਂ ਕੋਈ ਤਿੱਖੀ ਚੀਜ਼ ਮਾਰ ਦਿੰਦੇ ਹਾਂ ਅਤੇ ਉਹ ਹਵਾ ਦੇ ਦਾਬ ਜੋ ਕਿ ਸਾਰੇ ਪਾਸੇ ਲੱਗ ਰਿਹਾ ਹੈ ਉਸ ਛੇਕ ਕਾਰਨ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਔਰ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਹਵਾ ਜਿਸ ਬਰਤਨ ਵਿੱਚ ਹੁੰਦੀ ਹੈ ਉਸ 'ਤੇ ਦਾਬ ਲਗਾਉਂਦੀ ਹੈ ਔਰ ਇਹ ਹਵਾ ਜੋ ਹੈ ਜਦੋਂ ਗੁਬਾਰੇ ਵਿੱਚ ਛੇਦ ਕਰ ਦਿੱਤਾ ਜਾਂਦਾ ਹੈ ਅਤੇ ਬਾਹਰ ਆ ਜਾਂਦੀ ਹੈ। ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੋ ਗੈਸਾਂ ਹਨ ਉਹ ਜਿਸ ਬਰਤਨ ਵਿੱਚ ਰੱਖੀਆਂ ਜਾਂਦੀਆਂ ਹਨ ਉਸ ਦੀਆਂ ਦੀਵਾਰਾਂ ਉੱਤੇ ਦਾਬ ਪਾਉਂਦੀਆਂ ਹਨ। ਸੋ ਮੇਰੇ ਪਿਆਰੇ ਵਿਦਿਆਰਥੀਓ, ਇਸ ਸਧਾਰਨ ਜਿਹੀ ਕਿਰਿਆ ਤੋਂ ਇਹ ਸਮਝਿਆ ਜਾਂਦਾ ਹੈ ਕਿ ਗੈਸਾਂ ਵੀ ਦਰਵਾਂ ਵਾਂਗ ਦਾਬ ਪਾਉਂਦੀਆਂ ਹਨ ਔਰ ਇਹ ਦਾਬ ਦਰਵਾਂ ਵਾਂਗ ਹੀ ਸਾਰੇ ਪਾਸਿਆਂ 'ਤੇ ਲੱਗ ਰਿਹਾ ਹੁੰਦਾ ਹੈ। ਔਰ ਪਿਆਰੇ ਵਿਦਿਆਰਥੀਓ, ਅਸੀਂ ਇਸ ਦੀਆਂ ਆਮ ਜ਼ਿੰਦਗੀ ਵਿੱਚ ਉਦਾਹਰਨਾਂ ਲੈ ਸਕਦੇ ਹਾਂ, ਜਿਵੇਂ ਸਾਡੇ ਵਾਹਨ ਨੇ, ਉਹਨਾਂ ਦੇ ਵਿੱਚ ਜਿਹੜੇ ਪਹੀਏ ਨੇ ਉਹਨਾਂ 'ਚ ਟਾਇਰ ਲੱਗੇ ਹੁੰਦੇ ਨੇ ਜਿਸ ਵਿੱਚ ਟਿਊਬ ਹੁੰਦੀ ਹੈ ਔਰ ਜਦੋਂ ਵੀ ਉਹ ਟਾਇਰ ਜਾਂ ਟਿਊਬ ਪੈਂਚਰ ਹੁੰਦਾ ਹੈ ਤਾਂ ਉਸ ਵਿੱਚੋਂ ਹਵਾ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਸੋ ਜਿਸ ਤੋਂ ਇਹ ਪਤਾ ਲੱਗਦਾ ਹੈ
ਕਿ ਹਵਾ ਉਸ ਟਾਇਰ ਜਾਂ ਟਿਊਬ ਦੇ ਵਿੱਚ ਹਰ ਪਾਸੇ 'ਤੇ ਦਾਬ ਲਾ ਰਹੀ ਹੁੰਦੀ ਹੈ, ਔਰ ਜਦੋਂ ਉਹ ਟਾਇਰ ਜਾਂ ਟਿਊਬ ਪੈਂਚਰ ਹੁੰਦੀ ਹੈ ਅਤੇ ਉਸ ਛੇਦ ਵਾਲੀ ਥਾਂ ਤੋਂ ਉਹ ਸਾਰੀ ਹਵਾ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸਧਾਰਨ ਜੀ ਕਿਰਿਆ ਨਾਲ ਅਸੀਂ ਇਹ ਸਮਝ ਲਿਆ ਕਿ ਗੈਸਾਂ ਵੀ ਦਰਵਾਂ ਵਾਂਗ ਪੇਸ਼ ਆਉਂਦੀਆਂ ਨੇ, ਔਰ ਇਹ ਵੀ ਜਿਸ ਬਰਤਨ ਵਿੱਚ ਰੱਖੀਆਂ ਜਾਂਦੀਆਂ ਨੇ ਉਸ ਦੇ ਸਾਰੇ ਹਿੱਸਿਆਂ 'ਤੇ, ਸਾਰੇ ਪਾਸਿਆਂ 'ਤੇ ਬਰਾਬਰ ਦਾਬ ਪਾਉਂਦੀਆਂ ਨੇ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਅੱਗੇ ਵਧਦੇ ਹਾਂ। ਵਾਯੂਮੰਡਲੀ ਦਾਬ ਭਾਵ ਐਟਮੋਸਫੇਰਿਕ ਪ੍ਰੈਸ਼ਰ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਚੌਹਾਂ ਪਾਸਿਆਂ 'ਤੇ ਹਵਾ ਹੈ, ਕਿ ਸਾਡੇ ਆਲੇ ਦੁਆਲੇ ਜੋ ਹੈ ਹਵਾ ਹੈ। ਹਵਾ ਦੇ ਇਸ ਘੇਰੇ ਨੂੰ ਵਾਯੂਮੰਡਲ ਕਹਿੰਦੇ ਹਨ, ਕਿ ਅਸੀਂ ਜਿਹੜਾ ਸਾਡੇ ਆਲੇ ਦੁਆਲੇ ਹਵਾ ਹੈ ਉਸ ਨੂੰ ਵਾਯੂਮੰਡਲ ਕਹਿ ਦਿੰਦੇ ਹਾਂ। ਵਾਯੂਮੰਡਲ ਦੀ ਹਵਾ ਧਰਤੀ ਦੇ ਤਲ ਤੋਂ ਕਈ ਕਿਲੋਮੀਟਰ ਉੱਤੇ ਤੱਕ ਫੈਲੀ ਹੋਈ ਹੈ। ਇਹ ਨਹੀਂ ਹੈ ਕਿ ਜੋ ਹਵਾ ਹੈ ਜਾਂ ਵਾਯੂਮੰਡਲ ਹੈ ਸਾਡੇ ਆਲੇ ਦੁਆਲੇ ਹੀ ਹੈ। ਕਹਿੰਦੇ ਕਿ ਇਹ ਹਵਾ ਜਾਂ ਵਾਯੂਮੰਡਲ ਧਰਤੀ ਦੇ ਤਲ ਤੋਂ ਕਈ ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ, ਔਰ ਇਸ ਹਵਾ ਦੁਆਰਾ ਲਗਾਏ ਗਏ ਦਾਬ ਨੂੰ ਹੀ ਵਾਯੂਮੰਡਲੀ ਦਾਬ ਕਿਹਾ ਜਾਂਦਾ ਹੈ। ਭਾਵ ਕਿ ਜੋ ਵਾਯੂ ਜਾਂ ਵਾਯੂਮੰਡਲ ਕਾਫੀ ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ, ਉਹ ਧਰਤੀ ਦੇ ਉੱਤੇ ਦਾਬ ਲਗਾਉਂਦਾ ਹੈ, ਅਤੇ ਉਸ ਦਾਬ ਨੂੰ ਹੀ ਅਸੀਂ ਵਾਯੂਮੰਡਲੀ ਦਾਬ ਕਹਿੰਦੇ ਹਾਂ। ਕਹਿੰਦੇ ਕਿ ਇਸ ਦੀ ਮਾਤਰਾ ਕਿੰਨੀ ਹੈ, ਇਹ ਕਿੰਨਾ ਦਾਬ ਲਗਾ ਰਹੀ ਹੈ, ਇਸ ਨੂੰ ਸਮਝਣ ਦੇ ਲਈ ਇਹੀ ਇੱਕ ਉਦਾਹਰਨ ਲੈਂਦੇ ਹਾਂ ਕਿ ਇੱਕ ਇਕਾਈ ਖੇਤਰਫਲ ਦੇ ਹਵਾ ਕੌਲਮ ਦਾ ਭਾਰ ਵਾਯੂਮੰਡਲੀ ਦਾਬ ਦੇ ਬਰਾਬਰ ਹੁੰਦਾ ਹੈ, ਜਿਸ ਨੂੰ 1 ਐਟਮੋਸਫੇਅਰ ਕਿਹਾ ਜਾਂਦਾ ਹੈ, 1 ATM। ਭਾਵ ਕਿ ਅਗਰ ਅਸੀਂ ਮੰਨੀਏ ਕਿ ਅਸੀਂ ਇੱਕ ਹਵਾ ਦੇ ਅੰਦਰ ਹੀ ਇੱਕ ਇਕਾਈ ਦਾ ਖੇਤਰਫਲ ਵਾਲਾ ਇੱਕ ਕੋਲਮ ਤਿਆਰ ਕਰ ਲਿਆ ਹੈ, ਤਾਂ ਜਿੰਨਾ ਵੀ ਉਸ ਕੋਲਮ ਦਾ ਭਾਰ ਹੋਏਗਾ, ਭਾਵ ਕਿ ਜਿੰਨੀ ਵੀ ਉਸ ਕੋਲਮ ਦੇ ਅੰਦਰ ਹਵਾ ਦਾ ਪਾਵਰ ਹੋਵੇਗਾ, ਓਨਾ ਹੀ ਕਹਿੰਦੇ ਕਿ ਦਾਬ ਹੋਵੇਗਾ ਕਿਹਦਾ, ਵਾਯੂਮੰਡਲ ਦਾ। ਸੋ ਹੁਣ ਵਾਯੂਮੰਡਲ ਦੇ ਦਾਬ ਕਿੰਨਾ ਹੁੰਦਾ ਹੈ ਔਰ ਕਿਵੇਂ ਕੰਮ ਕਰਦਾ ਹੈ, ਇਹਨੂੰ ਸਮਝਣ ਦੇ ਲਈ ਇੱਕ ਛੋਟੀ ਜਿਹੀ ਕਿਰਿਆ ਕਰਦੇ ਹਾਂ। ਤੁਸੀਂ ਸਾਰਿਆਂ ਨੇ ਰਬੜ ਦਾ ਚੂਸਕ ਆਮ ਦੇਖਿਆ ਹੋਣਾ ਹੈ, ਜੋ ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ, ਜਿਸ ਨਾਲ ਅਸੀਂ ਕੱਪੜੇ ਟੰਗ ਦਿੰਦੇ ਹਾਂ ਜਾਂ ਕੋਈ ਚੀਜ਼ ਟੰਗੀ ਜਾਂਦੀ ਹੈ, ਜਾਂ ਜਿਸ ਨੂੰ ਅਸੀਂ ਕਾਰ ਦੀ ਸਕਰੀਨ ਜਿਸ ਨਾਲ ਧੁੱਪ ਤੋਂ ਬਚਿਆ ਜਾਂਦਾ ਹੈ ਉਹਦੇ ਵਿੱਚ ਲੱਗਿਆ ਦੇਖਦੇ ਹਾਂ। ਸੋ ਇਹ ਰਬੜ ਦੇ ਚੂਸਕ ਨੂੰ ਕੀ ਕੀਤਾ ਜਾਂ ਕਿਵੇਂ ਵਰਤਿਆ ਜਾਂਦਾ ਹੈ ਕਿ ਅਸੀਂ ਇਸ ਰਬੜ ਦੇ ਚੂਸਕ ਨੂੰ ਕਿਸੇ ਪਲੇਨ ਸਤ੍ਹਾ ਦੇ ਉੱਤੇ ਜ਼ੋਰ ਨਾਲ ਦਬਾਉਂਦੇ ਹਾਂ, ਜਿਸ ਨਾਲ ਇਸ ਦੇ ਅੰਦਰ ਭਰੀ ਹੋਈ, ਇਸ ਦੇ ਅੰਦਰ ਜੋ ਹਵਾ ਹੁੰਦੀ ਹੈ ਉਹ ਬਾਹਰ ਨਿਕਲ ਜਾਂਦੀ ਹੈ ਅਤੇ ਇਹ ਅੰਦਰੋਂ ਖਾਲੀ ਹੋ ਜਾਂਦਾ ਹੈ। ਔਰ ਫਿਰ ਇਸ ਉੱਪਰ ਜੋ ਵਾਯੂਮੰਡਲੀ ਦਾਬ ਹੁੰਦਾ ਹੈ ਉਹ ਲੱਗਦਾ ਹੈ, ਅਤੇ ਉਹ ਵਾਯੂਮੰਡਲੀ ਦਾਬ ਇਸ ਰਬੜ ਦੇ ਚੂਸਕ ਨੂੰ ਉਸ ਜਗ੍ਹਾ 'ਤੇ ਟਿਕਾ ਦਿੰਦਾ ਹੈ। ਹੁਣ ਕਹਿੰਦੇ ਕਿ ਤੁਸੀਂ ਦੇਖਣਾ ਹੋਵੇ ਕਿ ਵਾਯੂਮੰਡਲੀ ਦਾਬ ਕਿੰਨਾ ਹੈ, ਅਤੇ ਤੁਸੀਂ ਇਸ ਰਬੜ ਦੇ ਚੂਸਕ ਨੂੰ ਉਤਾਰਨ ਦੀ ਕੋਸ਼ਿਸ਼ ਕਰੋ। ਤੁਸੀਂ ਕੀ ਦੇਖੋਗੇ, ਕਿਸੇ ਨੂੰ ਹਲਕੇ ਹੱਥ ਨਾਲ ਅਸੀਂ ਨਹੀਂ ਉਤਾਰ ਸਕਦੇ, ਇਸ ਨੂੰ ਉਤਾਰਨ ਦੇ ਲਈ ਹਲਕਾ ਜਿਹਾ ਜ਼ੋਰ ਲਗਾਉਣਾ ਪੈਂਦਾ ਕਿ ਇਹ ਆਸਾਨੀ ਦੇ ਨਾਲ ਨਹੀਂ ਉਤਰਦਾ। ਸੋ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਵਾਯੂਮੰਡਲੀ ਦਾਬ ਕਿੰਨਾ ਜ਼ਰੂਰੀ ਹੈ ਔਰ ਇਹ ਕਿਸ ਤਰੀਕੇ ਨਾਲ ਕੰਮ ਕਰਦਾ ਹੈ, ਔਰ ਇਹ ਵਾਯੂਮੰਡਲੀ ਦਾਬ ਕਿੰਨਾ ਹੈ, ਇਸ ਦਾ ਇੱਕ ਅਨੁਮਾਨ ਲੱਗ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਪੜ੍ਹਿਆ ਸੀ ਵਾਯੂਮੰਡਲੀ ਦਾਬ। ਇੱਥੇ ਇੱਕ ਪ੍ਰਸ਼ਨ ਜੋ ਹੈ ਸਾਡੇ ਮਨ ਵਿੱਚ ਉੱਠਦਾ ਹੈ ਕਿ ਅਗਰ ਵਾਯੂਮੰਡਲੀ ਦਾਬ ਇੰਨਾ ਹੈ ਤਾਂ ਉਹ ਵਾਯੂਮੰਡਲੀ ਦਾਬ ਸਾਨੂੰ ਕੋਈ ਪ੍ਰਭਾਵ ਪਾ ਰਿਹਾ ਹੈ ਕਿ ਉਹ ਸਾਨੂੰ ਦਬਦਾ ਹੈ? ਨਹੀਂ, ਕਿ ਜੋ ਵਾਯੂਮੰਡਲੀ ਦਾਬ ਹੈ ਉਹ ਇਨਸਾਨਾਂ ਜਾਂ ਫਿਰ ਜਾਨਵਰਾਂ ਉੱਤੇ ਕੋਈ ਪ੍ਰਭਾਵ ਨਹੀਂ ਪਾਉਂਦਾ ਹੈ, ਕਿਉਂਕਿ ਜਿੰਨਾ ਵਾਯੂਮੰਡਲੀ ਦਾਬ ਸਾਡੇ ਉੱਤੇ ਲੱਗਦਾ ਹੈ, ਸਾਡਾ ਸਰੀਰ ਓਨਾ ਹੀ ਵਾਯੂਮੰਡਲੀ ਦਾਬ ਅੰਦਰ ਬਣਾਉਂਦਾ ਹੈ, ਜਿਸ ਕਰਕੇ ਦੋਵੇਂ ਵਾਯੂਮੰਡਲੀ ਦਾਬ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ ਅਤੇ
ਬਾਹਰ ਵਾਲੇ ਵਾਯੂਮੰਡਲੀ ਦਾਬ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ। ਸੋ ਪਿਆਰੇ ਵਿਦਿਆਰਥੀਓ, ਇਹ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਸੀ ਕਿ ਵਾਯੂਮੰਡਲੀ ਦਾਬ ਕੀ ਸਾਡੇ ਉੱਤੇ ਪ੍ਰਭਾਵ ਪਾਉਂਦਾ ਹੈ ਕਿ ਨਹੀਂ, ਜਿਸ ਦਾ ਜਵਾਬ ਮੈਂ ਤੁਹਾਨੂੰ ਦੇ ਦਿੱਤਾ ਹੈ। ਸੋ ਪਿਆਰੇ ਵਿਦਿਆਰਥੀਓ, ਜਦੋਂ ਅਸੀਂ ਅੱਜ ਇਹ ਪਾਠ ਸ਼ੁਰੂ ਕਰਨ ਲੱਗੇ ਸੀ ਤੇ ਮੈਂ ਤੁਹਾਨੂੰ ਕੁਝ ਪ੍ਰਸ਼ਨ ਪੁੱਛੇ ਸੀ, ਜਿਨ੍ਹਾਂ ਨੂੰ ਇਹਨਾਂ ਪ੍ਰਸ਼ਨਾਂ ਦੀ ਜਵਾਬ ਮਿਲ ਗਏ ਹਨ ਜਾਂ ਇਹਨਾਂ ਨੂੰ ਪ੍ਰਸ਼ਨਾਂ ਦੇ ਜਵਾਬ ਸਮਝ ਲੱਗ ਗਏ ਹਨ, ਬਹੁਤ ਵਧੀਆ। ਜਿਨ੍ਹਾਂ ਨੂੰ ਨਹੀਂ ਲੱਗੇ ਉਹਨਾਂ ਲਈ ਅਸੀਂ ਇਹ ਪ੍ਰਸ਼ਨਾਂ ਉੱਪਰ ਚਰਚਾ ਕਰ ਲੈਂਦੇ ਹਾਂ। ਪਹਿਲਾ ਪ੍ਰਸ਼ਨ ਸੀ ਕਿ ਤੂਫਾਨ ਅਤੇ ਚੱਕਰਵਾਤ ਕਿਵੇਂ ਬਣਦੇ ਹਨ। ਤੂਫਾਨ ਅਤੇ ਚੱਕਰਵਾਤ ਹਵਾ ਵਿੱਚ ਆਏ ਇੱਕਦਮ ਘੱਟ ਦਬਾਅ ਅਤੇ ਇੱਕਦਮ ਵੱਧ ਦਬਾਅ ਕਰਕੇ ਬਣਦੇ ਹਨ ਕਿ ਜਦੋਂ ਦਬਾਅ ਇੱਕਦਮ ਘਟਦਾ ਹੈ ਜਾਂ ਵੱਧਦਾ ਹੈ ਹਵਾ ਦੇ ਵਿੱਚ, ਉਸ ਕਰਕੇ ਤੇਜ਼ ਹਵਾਵਾਂ ਚਲਦੀਆਂ ਹਨ, ਔਰ ਉਸ ਤੇਜ਼ ਹਵਾਵਾਂ ਕਰਕੇ ਹੀ ਕੀ ਬਣਦੇ ਹਨ, ਤੂਫਾਨ ਅਤੇ ਚੱਕਰਵਾਤ ਬਣਦੇ ਹਨ। ਇਸ ਬਾਰੇ ਤੁਸੀਂ ਵਧੇਰੇ ਜਾਣਕਾਰੀ ਆਪਣੀ ਸਮਾਜਿਕ ਸਿੱਖਿਆ ਦੇ ਸਬਜੈਕਟ ਵਿੱਚ ਵੀ ਭੂਗੋਲ ਦੇ ਅਧਿਆਇ ਵਿੱਚ ਪ੍ਰਾਪਤ ਕਰੋਗੇ। ਦੂਸਰਾ ਸੀ ਕਿ ਕਿੱਲ ਦਾ ਇੱਕ ਸਿਰਾ ਤਿੱਖਾ ਕਿਉਂ ਹੁੰਦਾ। ਹੁਣ ਇਹ ਪ੍ਰਸ਼ਨ ਦਾ ਜਵਾਬ ਸਾਰਿਆਂ ਨੂੰ ਜੋ ਫਾਰਮੂਲਾ ਸੀ ਦਾਬ ਦਾ ਉਸ ਤੋਂ ਸਮਝ ਆਏਗਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਿੱਲ ਦੇ ਉੱਤੇ ਘੱਟ ਤੋਂ ਘੱਟ ਦਾਬ ਲਈਏ ਅਤੇ ਉਸ ਕਿੱਲ ਨੂੰ ਠੋਕ ਦਿੱਤਾ ਜਾਵੇ, ਜਿਸ ਦੇ ਲਈ ਅਸੀਂ ਕੀ ਕਰਨੇ ਹਾਂ, ਉਸ ਕਿੱਲ ਦਾ ਇੱਕ ਸਿਰਾ ਤਿੱਖਾ ਕਰ ਦਿੰਦੇ ਹਾਂ। ਤਿੱਖਾ ਕਰਨ ਦੇ ਨਾਲ ਉਸ ਕਿੱਲ ਦਾ ਖੇਤਰਫਲ ਘੱਟ ਜਾਂਦਾ ਹੈ ਔਰ ਜਿਸ ਨਾਲ ਉਸ ਦਾ ਦਾਬ ਜੋ ਹੈ ਉਹ ਹੋਰ ਵੱਧ ਜਾਂਦਾ ਹੈ। ਅਸੀਂ ਪੜ੍ਹਿਆ ਸੀ ਕਿ ਅਗਰ ਖੇਤਰਫਲ ਘਟਦਾ ਹੈ ਤਾਂ ਦਾਬ ਵੱਧਦਾ ਹੈ। ਸੋ ਜਿਸ ਕਰਕੇ ਕਿੱਲ ਦੇ ਉੱਪਰ ਹਲਕਾ ਜਿਹਾ ਬਲ ਨਾਲ ਵੀ ਉਹ ਕਿੱਲ ਠੁਕ ਜਾਂਦਾ ਹੈ। ਸੋ ਇਹੀ ਕਾਰਨ ਹੈ ਕਿ ਅਸੀਂ ਕਿੱਲ ਨੂੰ ਤਿੱਖਾ ਕਰਦੇ ਹਾਂ ਤਾਂ ਕਿ ਘੱਟ ਤੋਂ ਘੱਟ ਦਾਬ ਨਾਲ ਵੀ ਉਹ ਕਿੱਲ ਠੁਕ ਸਕੇ। ਤੀਸਰਾ ਪ੍ਰਸ਼ਨ ਸੀ ਕਿ ਚਾਕੂ ਤਿੱਖਾ ਕਿਉਂ ਕੀਤਾ ਜਾਂਦਾ ਹੈ। ਸੋ ਇਸ ਪ੍ਰਸ਼ਨ ਦਾ ਜਵਾਬ ਵੀ ਦੂਸਰੇ ਪ੍ਰਸ਼ਨ ਵਾਂਗ ਹੀ ਹੈ ਕਿ ਅਗਰ ਅਸੀਂ ਕਦੀ ਚਾਕੂ ਦੇ ਪੁੱਠੀ ਸਾਈਡ ਦੇ ਨਾਲ ਕਿਸੇ ਚੀਜ਼ ਨੂੰ ਕੱਟਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਕੱਟੀ ਨਹੀਂ ਜਾਏਗੀ, ਕਿਉਂਕਿ ਉਹ ਤਿੱਖੀ ਨਹੀਂ ਹੈ, ਭਾਵ ਉਸ ਦਾ ਖੇਤਰਫਲ ਜ਼ਿਆਦਾ ਹੈ। ਜੋ ਉਸ ਦੀ ਤਿੱਖੀ ਸਤਹ ਹੈ ਜਾਂ ਉਸ ਦਾ ਤਿੱਖਾ ਸਿਰਾ ਹੈ, ਉਸ ਦਾ ਖੇਤਰਫਲ ਘੱਟ ਹੁੰਦਾ ਹੈ, ਜਿਸ ਕਰਕੇ ਉਹ ਕਿਸੇ ਵੀ ਚੀਜ਼ ਨੂੰ ਬੜੀ ਆਸਾਨੀ ਦੇ ਨਾਲ ਕੱਟ ਦਿੰਦਾ ਹੈ। ਸੋ ਇਸ ਦਾ ਭਾਵ ਇਹ ਹੋਇਆ ਕਿ ਅਸੀਂ ਕਿਸੇ ਚੀਜ਼ ਨੂੰ ਤਿੱਖਾ ਇਸ ਕਰਕੇ ਕਰਨੇ ਹਾਂ ਤਾਂ ਕਿ ਉਸ ਦਾ ਖੇਤਰਫਲ ਘੱਟ ਸਕੇ। ਹੁਣ ਚੌਥਾ ਪ੍ਰਸ਼ਨ ਜੋ ਕਿ ਦਾਬ ਨੂੰ ਘਟਾਉਣ ਦੇ ਲਈ ਹੈ ਕਿ ਹੁਣ ਇੱਥੇ ਸਾਨੂੰ ਦਾਬ ਨੂੰ ਘਟਾਉਣ ਦੀ ਲੋੜ ਪੈਂਦੀ ਹੈ ਕਿ ਸਕੂਲ ਬੈਗ ਦੀਆਂ ਤਣੀਆਂ ਚੌੜੀਆਂ ਕਿਉਂ ਹੁੰਦੀਆਂ ਹਨ, ਪਤਲੀਆਂ ਕਿਉਂ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਕੂਲ ਬੈਗ ਦੇ ਵਿੱਚ ਕਿਤਾਬਾਂ ਅਤੇ ਕਾਪੀਆਂ ਪਾਈਆਂ ਜਾਂਦੀਆਂ ਹੈ ਔਰ ਜਦੋਂ ਉਹ ਬੈਗ ਦੇ ਵਿੱਚ ਕਾਪੀਆਂ ਜਾਂ ਕਿਤਾਬਾਂ ਪਾਈਆਂ ਜਾਂਦੀਆਂ ਹਨ ਤਾਂ ਉਹ ਬੈਗ ਭਾਰਾ ਹੋ ਜਾਂਦਾ ਹੈ। ਅਗਰ ਉਸ ਬੈਗ ਦੀ ਤਣੀ ਪਤਲੀ ਹੋਵੇਗੀ ਤਾਂ ਉਸ ਬੈਗ ਦੁਆਰਾ ਮੋਢੇ ਦੇ ਉੱਤੇ ਜ਼ਿਆਦਾ ਦਾਬ ਪਾਇਆ ਜਾਵੇਗਾ, ਜਿਸ ਕਰਕੇ ਮੋਢੇ ਦੇ ਉੱਤੇ ਲਾਲ ਨਿਸ਼ਾਨ ਜਾਂ ਦਰਦ ਹੁੰਦਾ ਹੈ। ਪਰ ਲੇਕਿਨ ਅਗਰ ਅਸੀਂ ਉਸ ਬੈਗ ਦੀਆਂ ਤਣੀਆਂ ਨੂੰ ਚੌੜਾ ਕਰ ਦਿੰਦੇ ਹਾਂ, ਭਾਵ ਕਿ ਉਸ ਦਾ ਖੇਤਰਫਲ ਵਧਾ ਦਿੰਦੇ ਹਾਂ, ਤਾਂ ਉਸ ਦੇ ਨਾਲ ਸਾਡੇ ਮੋਢਿਆਂ ਨੂੰ ਰਾਹਤ ਰਹਿੰਦੀ ਹੈ, ਦਾਬ ਬਹੁਤ ਘੱਟ ਜਾਂਦਾ ਹੈ, ਕਿਉਂਕਿ ਅਸੀਂ ਪੜ੍ਹਿਆ ਹੈ ਕਿ ਅਗਰ ਖੇਤਰਫਲ ਵਧਾ ਦਿੱਤਾ ਜਾਵੇਗਾ ਤਾਂ ਦਾਬ ਘੱਟ ਜਾਏਗਾ। ਸੋ ਅਸੀਂ ਖੇਤਰਫਲ ਵਧਾ ਕੇ ਤਣੀਆਂ ਨੂੰ ਚੌੜਾ ਕਰਕੇ ਦਾਬ ਨੂੰ ਘਟਾ ਦਿੰਦੇ ਹਾਂ, ਜਿਸ ਨਾਲ ਬੈਗ ਚਾਹੇ ਥੋੜ੍ਹਾ ਜਿਹਾ ਹੋਰ ਵੀ ਭਾਰਾ ਹੋ ਜਾਏ ਤਾਂ ਉਸਨੂੰ ਆਰਾਮ ਦੇ ਨਾਲ ਮੋਢੇ 'ਤੇ ਚੁੱਕਿਆ ਜਾ ਸਕਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਇਹਨਾਂ ਪ੍ਰਸ਼ਨਾਂ ਦੇ ਜਵਾਬ। ਜਿਨ੍ਹਾਂ ਨੂੰ ਪਤਾ ਸੀ ਬਹੁਤ ਪ੍ਰਸ਼ੰਸਾ ਦੇ ਪਾਤਰ ਨੇ, ਜਿਨ੍ਹਾਂ ਨੂੰ ਨਹੀਂ ਸੀ ਅਤੇ ਮੈਂ ਆਸ ਕਰਦਾ ਹਾਂ ਕਿ ਉਹਨਾਂ ਨੂੰ ਇਹ ਪ੍ਰਸ਼ਨਾਂ ਦੇ ਜਵਾਬ ਹੁਣ ਸਮਝ ਆ ਗਏ ਹੋਣਗੇ। ਪਿਆਰੇ ਵਿਦਿਆਰਥੀਓ, ਤੁਸੀਂ ਆਪਣਾ ਹੀ ਆਲੇ ਦੁਆਲੇ ਤੋਂ ਕਾਫੀ ਸਾਰੀਆਂ ਇੱਦਾਂ ਦੀਆਂ ਉਦਾਹਰਨਾਂ ਜੋ ਹੈ ਉਹ ਲੈ ਸਕਦੇ ਹੋ ਔਰ ਸਮਝ ਸਕਦੇ ਹੋ ਕਿ ਕਿਵੇਂ ਜੋ ਦਾਬ ਹੈ ਉਹ ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ ਜਾਂ ਕਿਵੇਂ ਅਸੀਂ ਉਸ ਦੁਆਰਾ ਕੰਮ ਕਰਦੇ ਹਾਂ। ਤੁਸੀਂ ਇਸ ਦੇ ਉੱਪਰ ਕਾਫੀ ਸਾਰੀਆਂ ਉਦਾਹਰਨਾਂ ਆਪਣੀ ਕਾਪੀ ਦੇ ਵਿੱਚ ਲਿਖ ਸਕਦੇ ਹੋ, ਜਿਸ ਤੋਂ ਇਹ ਸਪਸ਼ਟ ਹੋ ਸਕਦਾ ਹੈ ਕਿ ਦਾਬ ਕਿਉਂ ਵਧਾਇਆ ਜਾਂਦਾ ਹੈ ਅਤੇ ਕਿਉਂ ਘਟਾਇਆ ਜਾਂਦਾ ਹੈ। ਇਹ ਤੁਹਾਡੇ ਵਧੇਰੇ ਜਾਣਕਾਰੀ ਲਈ ਤੁਹਾਨੂੰ ਮਦਦ ਕਰੇਗਾ। ਸੋ ਪਿਆਰੇ ਵਿਦਿਆਰਥੀਓ, ਅੱਜ ਦੇ ਲਈ ਸਿਰਫ ਇੰਨਾ। ਥੈਂਕ ਯੂ।